प्रोग्राम युवाणी सुन रहे सारे युवा ਸਰੋਤਿਆਂ ਨੂੰ मेरी गुरलीन सिद्धू ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। युवा ਸਰੋਤਿਓ, ਅੱਜ ਦੇ ਪ੍ਰੋਗਰਾਮ युवाणी ਦੇ ਵਿੱਚ ਅਸੀਂ ਤੁਹਾਨੂੰ ਮਿਲਾਵਾਂਗੇ ਇੱਕ युवा ਸ਼ਖਸੀਅਤ ਦੇ ਨਾਲ ਜਿਸ ਦੀ ਜ਼ਿੰਦਗੀ ਸਾਡੇ ਲਈ ਪ੍ਰੇਰਨਾ ਸਰੋਤ ਬਣੇਗੀ। ਤੇ ਆਓ ਫਿਰ ਮਿਲਦੇ ਹਾਂ ਰਵਨੀਤ ਕੌਰ ਬੁੱਟਰ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਤੇ ਬਹੁਤ-ਬਹੁਤ ਸਵਾਗਤ ਹੈ। थैंक यू गुरलीन। प्यारे युवा साथियों, मेरा नाम डॉक्टर रवनीत कौर है। मैं बठिंडा शहर की जंपल हाँ। मैं अपनी मुढ़ली सिक्ख्या बठिंडा शहर तो करके MBBS रजिंद्रा हॉस्पिटल पटियाला तो कीती ते हुण एज अ MD स्किन मैं रजिंद्रा हॉस्पिटल पटियाला विखे नियुक्त हाँ। ਰਵਨੀਤ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਆਪਣੀ ਮੁੱਢਲੀ ਸਿੱਖਿਆ ਬਠਿੰਡਾ ਸ਼ਹਿਰ ਤੋਂ ਹਾਸਲ ਕੀਤੀ। ਬਚਪਨ ਵਿੱਚ ਅਸੀਂ ਛੋਟੀਆਂ-ਛੋਟੀਆਂ ਕੁਝ ਖੱਟੀਆਂ ਮਿੱਠੀਆਂ ਯਾਦਾਂ ਸਕੂਲ ਕਾਲਜ ਦੀਆਂ ਜ਼ਰੂਰ ਆਪਣੇ ਨਾਲ ਸੰਭਾਲ ਕੇ ਰੱਖਦੇ ਹਾਂ। ਕਿੰਨੇ ਕੁ ਖੱਟੇ ਮਿੱਠੇ ਤਜਰਬੇ ਆ ਜਿਹੜੇ ਉਹ ਇਸ ਸ਼ਹਿਰ ਦੇ ਰਹੇ ਤੇ ਕਿੰਨਾ ਕੁ ਕੁਝ ਜਿਹੜਾ ਤੁਸੀਂ ਆਪਣੇ ਉਸ ਸ਼ੁਰੂਆਤੀ ਸਮੇਂ ਦੇ ਦੌਰਾਨ ਸਿੱਖਿਆ ਆਪਣੀ ਜ਼ਿੰਦਗੀ ਤੋਂ? ਗੁਰਲੀਨ, ਮੈਂ ਸ਼ੁਰੂ ਤੋਂ ਹੀ ਬਠਿੰਡਾ ਸ਼ਹਿਰ ਵਿੱਚ ਹੀ ਆਪਣੀ ਸੁਰਤ ਸੰਭਾਲੀ ਸੀ। ਜਿਵੇਂ ਕਿ ਬਚਪਨ ਹਰੇਕ ਨੂੰ ਆਪਣਾ ਪਿਆਰਾ ਹੁੰਦਾ ਹੈ ਤੇ ਜਿੱਥੇ ਬਚਪਨ ਬੀਤਿਆ ਹੋਵੇ ਉਸ ਸ਼ਹਿਰ ਨਾਲ ਤੁਹਾਡਾ ਅਲੱਗ ਹੀ ਲਗਾਵ ਹੁੰਦਾ ਹੈ। ਮੈਂ ਆਪਣੀ ਸਟੱਡੀ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ ਕੰਪਲੀਟ ਕੀਤੀ, ਜਿੱਥੇ ਮੈਂ ਹਰ ਤਰ੍ਹਾਂ ਦੇ ਕੰਪੀਟੀਸ਼ਨ ਵਿੱਚ ਭਾਗ ਲੈਣ ਲਈ ਹਮੇਸ਼ਾ ਐਕਸਾਈਟਡ ਰਹਿੰਦੀ ਸੀ। ਮੇਰੇ ਲਈ ਮੇਰੇ ਮਾਤਾ ਪਿਤਾ ਇੱਕ ਪ੍ਰੇਰਨਾ ਸਰੋਤ ਬਣੇ, ਕਿਉਂਕਿ ਅਸੀਂ ਇੱਕ ਬਹੁਤ ਸਿੰਪਲ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ। ਮੈਂ ਸ਼ੁਰੂ ਤੋਂ ਉਹਨਾਂ ਨੂੰ ਹਮੇਸ਼ਾ ਮਿਹਨਤ ਕਰਦੇ ਦੇਖਿਆ। ਬੋਥ ਆਫ them were working। ਤਾਂ ਜਿਵੇਂ ਉਹ ਸਵੇਰੇ ਉੱਠ ਕੇ ਖੁਦ ਤਿਆਰ ਹੁੰਦੇ, ਸਾਨੂੰ ਤਿਆਰ ਕਰਦੇ, ਕਿਵੇਂ ਉਹ ਆਪਣੇ ਜੌਬਸ ਲਈ ਡੈਡੀਕੇਟਿਡ ਰਹਿੰਦੇ, ਭੱਜੇ ਜਾਂਦੇ, ਉਹਨਾਂ ਨੂੰ ਦੇਖਦੇ ਹੋਏ ਸ਼ਾਇਦ ਸ਼ੁਰੂ ਤੋਂ ਸਾਡੀ ਨੇਚਰ, ਮੇਰੇ ਬ੍ਰਦਰ ਸਿਸਟਰ, ਈਵਨ ਮੇਰੇ ਕਜ਼ਨਸ ਵੀ, ਅਸੀਂ ਸ਼ੁਰੂ ਤੋਂ ਹੀ ਸਾਡਾ ਰੁਝਾਨ ਪੜ੍ਹਾਈ ਵੱਲ ਰਿਹਾ। ਅਸੀਂ ਬੁੱਕਸ ਨਾਲ ਅਟੈਚਡ ਰਹਿੰਦੇ ਸੀ, ਕਿਉਂਕਿ ਸਾਨੂੰ ਸ਼ੁਰੂ ਤੋਂ ਹੀ ਸਿਖਾਇਆ ਗਿਆ ਸੀਗਾ ਬਣਨਾ ਹੈ ਤਾਂ ਕੁਝ ਤੁਹਾਨੂੰ ਪੜ੍ਹਨਾ ਪੈਣਾ। ਜਿਵੇਂ ਕਿ ਤੁਸੀਂ ਦੱਸਿਆ ਕਿ ਬਚਪਨ ਤੋਂ ਤੁਹਾਡਾ ਰੁਝਾਨ ਕਿਤਾਬਾਂ ਦੇ ਵੱਲ ਵਧੇਰੇ ਸੀ। ਮਾਪਿਆਂ ਤੋਂ, ਪਰਿਵਾਰ ਤੋਂ ਤੁਸੀਂ ਇਹੀ ਸਿੱਖਿਆ ਕਿ ਕਿਤਾਬਾਂ ਇਨਸਾਨ ਦੀਆਂ ਸੱਚੀਆਂ ਦੋਸਤ ਹੁੰਦੀਆਂ ਨੇ ਤੇ ਦਿਲ ਲਾ ਕੇ ਪੂਰੀ ਮਿਹਨਤ ਦੇ ਨਾਲ ਪੜ੍ਹਾਈ ਕੀਤੀ। ਪੜ੍ਹਦੇ ਸਮੇਂ ਕਦੇ ਅਜਿਹਾ ਵੀ ਲੱਗਦਾ ਸੀ ਕਿ ਇਹ ਚੀਜ਼ ਮੇਰੇ ਤੋਂ ਨਹੀਂ ਹੋ ਪਾਊਗੀ ਜਾਂ ਇਹ ਚੀਜ਼ ਮੈਂ ਨਹੀਂ ਕਰ ਪਾਉਂਗੀ, ਜਾਂ ਉਸਨੂੰ ਕਰਨ ਦੇ ਲਈ ਕਿੰਨੀ ਕੁ ਲਗਨ ਹੈ ਉਹ ਤੁਸੀਂ ਉਸ ਕੰਮ ਦੇ ਵਿੱਚ ਲਾਉਂਦੇ ਰਹੇ? ਡੈਫੀਨੇਟਲੀ ਗੁਰਲੀਨ, ਇਸ ਤਰ੍ਹਾਂ ਦੇ ਪਲ ਮੇਰੀ ਲਾਈਫ 'ਚ ਬਹੁਤ ਜ਼ਿਆਦਾ ਆਏ। ਸ਼ੁਰੂ ਤੋਂ ਹੀ ਮੈਂ ਇੱਕ ਸਟੂਡੀਅਸ ਸਟੂਡੈਂਟ ਸੀ। ਮੈਨੂੰ ਹਮੇਸ਼ਾ ਇਹ ਹੁੰਦਾ ਸੀ ਕਿ ਮੈਂ ਕਲਾਸ ਦੇ ਵਿੱਚ ਫਸਟ ਰੈਂਕ ਪ੍ਰਾਪਤ ਕਰਨਾ ਹੈ। ਇਹ ਤੁਸੀਂ ਮੇਰੀ ਇੱਕ ਪੋਜ਼ਿਟਿਵ ਕੁਆਲਿਟੀ ਕਹਿ ਲਓ ਜਾਂ ਨੈਗੇਟਿਵ ਕਹਿ ਲਓ, ਬਟ ਮੈਨੂੰ ਐਜ਼ ਅ ਪੋਜ਼ਿਟਿਵ ਕੁਆਲਿਟੀ ਹੀ ਲੈ ਕੇ ਚੱਲਦੀ ਹਾਂ, ਕਿਉਂਕਿ ਕੰਪੀਟੀਟਿਵ ਸਪਿਰਿਟ ਹੋਣੀ ਜ਼ਰੂਰੀ ਹੈ। ਜੇ ਤੁਸੀਂ ਇਹ ਸੋਚ ਕੇ ਬੈਠ ਜਾਓਗੇ ਕਿ ਮੈਂ ਐਕਸੀਲੈਂਸ ਅਚੀਵ ਕਰ ਲਈ ਹੈ ਤਾਂ ਤੁਸੀਂ ਉੱਥੇ ਹੀ ਥੰਮ ਜਾਓਗੇ। ਪਰ ਨਹੀਂ, ਮੇਰੀ ਸ਼ੁਰੂ ਤੋਂ ਸੀਗਾ, ਮੈਂ ਕਦੇ ਵੀ ਸੈਟਿਸਫਾਈਡ ਨਹੀਂ ਸੀ ਹੁੰਦੀ ਆਪਣੇ ਨੰਬਰਾਂ ਨੂੰ ਲੈ ਕੇ। ਮੈਨੂੰ ਹੁੰਦਾ ਸੀ ਕਿ ਮੈਂ ਅਗਲੇ ਸਾਲ ਇਸ ਤੋਂ ਵੀ ਵਧੇਰੇ ਮਿਹਨਤ ਕਰਨੀ ਹੈ। ਮੋਰ ਦੈਨ 90% ਲੈਣਾ ਮੇਰਾ ਟਾਰਗੇਟ ਨਹੀਂ ਸੀ ਹੁੰਦਾ। ਮੇਰਾ ਟਾਰਗੇਟ ਹੁੰਦਾ ਸੀ ਕਿ ਜੇ ਮੇਰੇ ਇਸ ਸਾਲ 94 ਆਏ ਤਾਂ ਅਗਲੇ ਸਾਲ ਮੈਂ 95% ਅਚੀਵ ਕਰਨੇ ਨੇ। ਜੀ, ਜਿਵੇਂ ਤੁਸੀਂ ਦੱਸਿਆ ਕਿ ਹਰ ਸਾਲ ਕੁਝ ਵੱਧ ਨੰਬਰ ਲੈਣਾ, 94 ਤੋਂ 95, 95 ਤੋਂ 96 ਲੈਣ ਦੀ ਇੱਕ ਚਾਹ ਜਿਹੜੀ ਤੁਹਾਡੇ ਮਨ 'ਚ ਬਣੀ ਰਹਿੰਦੀ ਸੀ ਤੇ ਇੱਕ ਬਹੁਤ ਵਧੀਆ ਗੱਲ ਹੈ ਕਿ ਅਸੀਂ ਇੱਕ ਜ਼ਿੰਦਾ ਦਿਲੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਂਦੇ ਹਾਂ। ਇਸ ਦੇ ਨਾਲੋਂ ਨਾਲ ਕਹਿੰਦੇ ਹੁੰਦੇ ਆ ਕਿ ਜਦੋਂ ਬੱਚੇ ਬਹੁਤੇ ਹੁਸ਼ਿਆਰ ਹੁੰਦੇ ਨੇ ਤਾਂ ਉਹਨਾਂ ਦਾ ਕਈ ਵਾਰੀ ਅੱਧੇ ਨੰਬਰ ਪਿੱਛੇ ਜਾਂ 0.25 ਨੰਬਰਾਂ ਪਿੱਛੇ ਵੀ ਕੰਪੀਟੀਸ਼ਨ ਹੈ ਜਿਹੜਾ ਉਹ ਸਕੂਲਾਂ ਜਾਂ ਕਾਲਜਸ ਦੇ ਵਿੱਚ ਹੋ ਜਾਂਦਾ। ਕਿ ਕਦੇ ਅਜਿਹੀਆਂ ਵੀ ਕੋਈ ਸਿਚੁਏਸ਼ਨਸ ਬਣੀਆਂ? ਜੇਕਰ ਬਣੀਆਂ ਤਾਂ ਉਹਨਾਂ ਨੂੰ ਕਿਵੇਂ ਜਿੱਤਿਆ? ਜੇਕਰ ਉਹ ਨਹੀਂ ਵੀ ਜਿੱਤ ਪਾਏ ਤਾਂ ਉਸ ਸਮੇਂ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਤਿਆਰ ਕੀਤਾ? ਜ਼ਰੂਰ ਗੁਰਲੀਨ, ਇਹ ਸ਼ਾਇਦ ਮੇਰੇ ਹੀ ਜੀਵਨ ਦੇ ਵਿੱਚ ਨਹੀਂ, ਹਰ ਇੱਕ ਸਟੂਡੈਂਟ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਆਉਂਦੀਆਂ ਰਹਿੰਦੀਆਂ ਹੋਣਗੀਆਂ। 0.5% ਪਿੱਛੇ ਵੀ ਕਈ ਵਾਰ ਮੈਂ ਰੋਣ ਲੱਗ ਜਾਣਾ ਕਿ ਮੇਰੇ ਕਿਸੇ ਨਾਲੋਂ ਨੰਬਰ ਘੱਟ ਤਾਂ ਨਹੀਂ ਆ ਗਏ ਜਾਂ ਵੱਧ ਆ ਗਏ, ਤਾਂ ਜ਼ਰੂਰ ਮੈਂ ਖੁਸ਼ ਹੁੰਦੀ ਸੀ। ਮੋਸਟਲੀ ਤਾਂ ਮੈਂ ਕੋਸ਼ਿਸ਼ ਕਰਦੀ ਸੀ ਕਿ ਮੇਰੇ ਵੱਧ ਹੀ ਆਉਣ। ਕਈ ਵਾਰ ਜੇ ਘੱਟ ਵੀ ਰਹਿ ਜਾਣ ਤਾਂ ਕੁਝ ਟਾਈਮ ਲਈ ਦਿਲ ਉਦਾਸ ਹੁੰਦਾ ਸੀ। ਉਸ ਟਾਈਮ ਮੇਰੇ ਮਾਤਾ ਜੀ ਮੇਰੇ ਲਈ ਪ੍ਰੇਰਨਾ ਸਰੋਤ ਬਣਦੇ ਸੀ। ਉਹ ਮੈਨੂੰ ਸਮਝਾਉਂਦੇ ਸੀ ਕਿ ਇਹ ਅੱਧੇ ਨੰਬਰ ਜਾਂ ਇੱਕ ਨੰਬਰ ਆਪਣੀ ਲਾਈਫ ਦੇ ਵਿੱਚ ਮੈਟਰ ਨਹੀਂ ਕਰਦੇ। ਮੈਟਰ ਕਰਦਾ ਤੁਹਾਨੂੰ ਸਬਜੈਕਟ ਦੀ ਸਮਝ ਆਈ ਹੈ, ਤੁਸੀਂ ਉਸ ਨੂੰ ਅਪਲਾਈ ਕਿਵੇਂ ਕਰਨਾ ਹੈ ਆਪਦੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ, ਤੇ ਇੱਕ ਚੰਗੇ ਇਨਸਾਨ ਕਿਵੇਂ ਬਣਨਾ ਹੈ। ਉਸ ਟਾਈਮ ਸ਼ਾਇਦ ਬਚਪਨਾ ਸੀ, ਇਹਨਾਂ ਗੱਲਾਂ ਦੀ ਸਮਝ ਘੱਟ ਸੀ, ਬਟ ਹੁਣ ਜੇ ਮੈਂ ਪਿੱਛੇ ਮੁੜ ਕੇ ਵੇਖਾਂ ਤਾਂ ਹੁਣ ਉਹ ਮੈਨੂੰ ਨਾਦਾਨੀਆਂ ਲੱਗਦੀਆਂ ਨੇ। ਉਸ ਟਾਈਮ ਤੇ ਮੇਰੇ ਮਾਤਾ ਜੀ ਜ਼ਰੂਰ ਮੈਨੂੰ ਸਮਝਾਉਂਦੇ ਹੁੰਦੇ ਸੀ, ਮੈਂ ਸਮਝ ਵੀ ਜਾਂਦੀ ਸੀ, ਬਟ ਹੁਣ ਸ਼ਾਇਦ ਉਹਨਾਂ ਗੱਲਾਂ ਨੂੰ ਮੈਂ ਚੰਗੀ ਤਰ੍ਹਾਂ ਖੁਦ ਸਮਝ ਰਹੀ ਹਾਂ ਤੇ ਸ਼ਾਇਦ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਸਮਝਾਉਂਗੀ। ਇਸ ਦੇ ਨਾਲੋਂ ਨਾਲ ਤੁਸੀਂ ਕਿਹਾ ਕਿ ਤੁਹਾਡੇ ਮਾਤਾ ਪਿਤਾ ਦੋਨੋਂ ਜੌਬ ਕਰਦੇ ਸੀ, ਵਰਕਿੰਗ ਕਲਾਸ ਸੀ, ਤਾਂ ਕਦੇ ਇਹ ਵੀ ਹੁੰਦਾ ਸੀਗਾ ਕਿ ਤੁਸੀਂ ਘਰ ਆਉਣਾ ਜਾਂ ਘਰ ਨੂੰ ਕਦੇ ਸੰਭਾਲਣਾ ਹੋਇਆ ਹੋਵੇ? ਕਿਉਂਕਿ ਲੜਕੀਆਂ ਨੂੰ ਅਕਸਰ ਘਰਾਂ ਦੇ ਵਿੱਚ ਇਹ ਵੀ ਚੀਜ਼ਾਂ ਜਿਹੜੀਆਂ ਉਹ ਸਿਖਾਈਆਂ ਜਾਂਦੀਆਂ ਨੇ ਕਿ ਘਰ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ ਹੈ। ਕਦੇ ਉਹਨਾਂ ਨੇ ਹਰ ਸੰਭਵ ਕੋਸ਼ਿਸ਼ ਹੈ ਜਿਹੜੀ ਉਹ ਤੁਹਾਡੀ ਪੜ੍ਹਾਈ ਦੇ ਲਈ ਕੀਤੀ? ਗੁਰਲੀਨ, ਜੇ ਮੈਂ ਸੋਚਾਂ ਤਾਂ ਮੇਰੇ ਨਾਲੋਂ ਜ਼ਿਆਦਾ ਮਿਹਨਤ ਮੇਰੇ ਸਕਸੈਸਫੁਲ
ਸਕਸੈਸਫੁਲ ਹੋਣ ਦੇ ਵਿੱਚ ਮੇਰੇ ਮਾਤਾ ਪਿਤਾ ਦੀ ਹੈ, ਕਿਉਂਕਿ ਉਹਨਾਂ ਨੇ ਕਦੇ ਵੀ ਮੇਰੇ ਤੇ ਇਹ ਦਬਾਅ ਨਹੀਂ ਪਾਇਆ ਕਿ ਬੇਟਾ ਤੁਸੀਂ ਘਰ ਦੇ ਕੰਮ ਕਰੋ ਜਾਂ ਤੁਸੀਂ ਪੜ੍ਹਾਈ ਨਹੀਂ ਕਰਨੀ। ਜਿਵੇਂ ਕਿ ਮੈਂ ਇੱਕ ਲੜਕੀ ਸੀ, ਕਦੇ ਵੀ ਮੇਰੇ ਮਾਤਾ ਪਿਤਾ ਨੇ ਕਦੇ ਵੀ ਮੇਰੇ ਤੇ ਮੇਰੇ ਬ੍ਰਦਰ ਦੇ ਵਿੱਚ ਵਿਤਕਰਾ ਨਹੀਂ ਰੱਖਿਆ। ਰਾਦਰ ਮੈਨੂੰ ਉਹਨਾਂ ਨੇ ਵੱਧ ਅਹਿਮੀਅਤ ਦਿੱਤੀ ਹੈ, ਮੇਰੀ ਸਟੱਡੀਜ਼ ਨੂੰ ਵੱਧ ਅਹਿਮੀਅਤ ਦਿੱਤੀ ਹੈ। ਉਹਨਾਂ ਨੂੰ ਇਹ ਸੀ ਕਿ ਜੇਕਰ ਉਹਨਾਂ ਦੀ ਲੜਕੀ ਕੁਝ ਬਣੇਗੀ ਤਾਂ ਇੰਡੀਪੈਂਡੈਂਟ ਹੋਏਗੀ। ਅੱਜ ਦੀ ਲਾਈਫ ਦੇ ਵਿੱਚ ਸੈਲਫ ਰਿਲਾਇੰਟ ਹੋਣਾ ਬਹੁਤ ਜ਼ਰੂਰੀ ਹੈ, ਬਟ ਸੈਲਫ ਰਿਲਾਇੰਟ ਹੋਣ ਲਈ ਪੜ੍ਹਾਈ ਕਰਨਾ ਇੱਕ ਉਹਦਾ ਪਾਰਟ ਹੈ ਜੋ ਕਿ ਇੱਕ ਇੰਪੋਰਟੈਂਟ ਪਾਰਟ ਹੈ। ਮੇਰੇ ਮਾਤਾ ਜੀ ਵਰਕਿੰਗ ਸੀਗੇ, ਜ਼ਰੂਰ ਉਹਨਾਂ ਨੇ ਮੈਨੂੰ ਕਿਚਨ ਦੇ ਕੰਮ ਸਿਖਾਏ, ਬਟ ਇਹ ਨਹੀਂ ਹੁੰਦਾ ਸੀਗਾ ਕਿ ਮੈਂ ਆਪਣੀ ਪੜ੍ਹਾਈ ਨੂੰ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਾਂ ਕਿ ਮੈਂ ਕੰਮ ਕਰਾਂ। ਉਹਨਾਂ ਨੂੰ ਹੁੰਦਾ ਸੀ ਬੇਟਾ ਤੂੰ ਪੜ੍ਹ, ਮਨ ਲਗਾ ਕੇ ਪੜ੍ਹ, ਕੰਮ ਮੈਂ ਕਰ ਲੂੰਗੀ, ਕੰਮ ਤੂੰ ਬਾਅਦ ਸਿੱਖ ਲੇਂਗੀ। ਉਹ ਡੈਫੀਨੇਟਲੀ ਮੈਂ ਨਾਲ ਸਿੱਖੇ ਵੀ ਨੇ। ਇੱਕ ਡਾਕਟਰ ਹੋਣ ਦੇ ਨਾਤੇ ਘਰ ਦੇ ਕੰਮ ਆਉਣੇ ਤੇ ਆਪਣੀਆਂ ਹਰ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣਾ ਇੱਕ ਚੰਗੀ ਗੱਲ ਹੈ। ਬੇਸ਼ੱਕ ਕੁੜੀਆਂ ਦਾ ਕਿਤੇ ਨਾ ਕਿਤੇ ਇੰਡੀਪੈਂਡੈਂਟ ਹੋਣਾ, ਆਪਣੇ ਪੈਰਾਂ ਸਿਰ ਹੋਣਾ ਵੀ ਅੱਜ ਦੇ ਸਮੇਂ ਦੇ ਉੱਤੇ ਬਹੁਤ ਜ਼ਰੂਰੀ ਹੈ। ਤੇ ਤੁਹਾਡੇ ਹੌਸਲੇ ਤੇ ਬੇਬਾਕੀ ਨੂੰ ਦੇਖ ਕੇ ਇਹ ਗੱਲ ਜ਼ਰੂਰ ਕਿਤੇ ਨਾ ਕਿਤੇ ਜਾਪਦੀ ਹੈ ਕਿ ਸਾਡੀਆਂ ਜਿੰਨੀਆਂ ਵੀ ਯੁਵਾ ਭੈਣਾਂ ਨੇ ਉਹ ਇਸ ਚੀਜ਼ ਦੇ ਉੱਤੇ ਜ਼ਰੂਰ ਗੌਰ ਫਰਮਾਉਣਗੀਆਂ ਕਿ ਜਿੰਨਾ ਚਿਰ ਅਸੀਂ ਆਪਣੇ ਪੈਰਾਂ ਸਿਰ ਨਹੀਂ ਹੁੰਦੇ ਅਸੀਂ ਆਪਣਾ ਮੁਕਾਮ ਹਾਸਲ ਨਹੀਂ ਕਰ ਸਕਦੇ। ਜੇਕਰ ਆਪਾਂ ਵਿਸ਼ੇ ਦੇ ਵੱਲ ਮੁੜ ਆਈਏ ਤਾਂ ਤੁਸੀਂ MBBS ਦੀ ਜਿਹੜੀ ਪੜ੍ਹਾਈ ਹੈ ਉਹ ਪਟਿਆਲਾ ਤੋਂ ਕੀਤੀ। ਇਸ ਸੁਪਨੇ ਤੱਕ ਪਹੁੰਚਣ ਦੇ ਲਈ ਕਿੰਨੀ ਕੁ ਮਿਹਨਤ ਤੁਹਾਨੂੰ ਕਰਨੀ ਪਈ? ਬੇਸ਼ੱਕ ਕੰਪੀਟੀਸ਼ਨਸ ਦਾ ਦੌਰ ਹੈ, ਅੱਜਕੱਲ ਬੱਚੇ ਇਹ ਕਹਿੰਦੇ ਕਿ ਅੱਜਕੱਲ ਕੰਪੀਟੀਸ਼ਨ ਵੱਧ ਗਿਆ। ਕੀ ਕੰਪੀਟੀਸ਼ਨ ਅੱਜਕੱਲ ਵਧਿਆ ਜਾਂ ਜਿਸ ਸਮੇਂ ਤੁਸੀਂ MBBS ਦੇ ਵਿੱਚ ਐਡਮਿਸ਼ਨ ਲਈ ਉਸ ਵੇਲੇ ਵੀ ਕੰਪੀਟੀਸ਼ਨ ਵੱਧ ਸੀ? ਤਾਂ ਕੀ ਸਟ੍ਰੈਟੇਜੀਜ਼ ਨੇ ਜਿਹੜੀਆਂ ਤੁਸੀਂ ਆਪਣੇ ਕੰਪੀਟੀਸ਼ਨ ਕ੍ਰੈਕ ਕਰਨ ਦੇ ਲਈ ਰੱਖੀਆਂ? ਕੰਪੀਟੀਸ਼ਨ ਦੇਖੋ ਗੁਰਲੀਨ ਸ਼ੁਰੂ ਤੋਂ ਹੀ ਸੀਗਾ। ਜੇਕਰ ਕੰਪੀਟੀਸ਼ਨ ਦੀ ਗੱਲ ਕਰੀਏ ਤਾਂ ਉਸ ਟਾਈਮ ਤੇ ਸਾਡੇ ਸੀਟਸ ਵੀ ਲਿਮਿਟਿਡ ਸੀਗੀਆਂ, ਕਾਲਜਸ ਲਿਮਿਟਿਡ ਸੀਗੇ। ਹਰੇਕ ਦੀ ਇੱਛਾ ਉਸ ਟਾਈਮ ਤੇ ਇਹ ਹੁੰਦੀ ਸੀ ਕਿ ਆਈਦਰ ਤਾਂ ਬੱਚਾ ਇੰਜੀਨੀਅਰ ਬਣੂਗਾ ਜਾਂ ਡਾਕਟਰ ਬਣੂਗਾ। ਉਹ ਸਾਡੇ ਪੇਰੈਂਟਸ ਦੇ ਵਿੱਚ ਵੀ ਕਿਤੇ ਨਾ ਕਿਤੇ ਉਹਨਾਂ ਦੀ ਮੈਂਟੈਲਿਟੀ ਦੇ ਵਿੱਚ ਫਿੱਟ ਸੀ, ਜੋ ਕਿ ਹੁਣ ਮੈਨੂੰ ਲੱਗਦਾ ਸਮੇਂ ਦੇ ਮੁਤਾਬਿਕ ਚੇਂਜ ਹੋ ਰਹੀ ਹੈ। ਪੇਰੈਂਟਸ ਵੀ ਆਪਣੇ ਬੱਚਿਆਂ ਨੂੰ ਸੋਚਣ ਦਾ ਮੌਕਾ ਦੇ ਰਹੇ ਨੇ, ਉਹਨਾਂ ਨੂੰ ਅਪਰਚੂਨਿਟੀਜ਼ ਦੇ ਰਹੇ ਨੇ ਆਪਣੇ ਆਪ ਨੂੰ ਐਕਸਪਲੋਰ ਕਰਨ ਲਈ, ਆਪਣੀ ਪਰਸਨੈਲਿਟੀ ਡਿਵੈਲਪ ਕਰਨ ਦੀ। ਉਹ ਕਿਹੜੀ ਸਟਰੀਮ ਚੂਜ਼ ਕਰਨਾ ਚਾਹੁੰਦੇ ਨੇ। ਸਾਡੇ ਟਾਈਮ ਤੇ ਪੇਰੈਂਟਸ ਦੇ ਅੱਗੇ ਦੋ ਕਨਸੈਪਟ ਹੁੰਦੇ ਸੀ ਕਿ ਆਈਦਰ ਮੇਰਾ ਬੱਚਾ ਡਾਕਟਰ ਬਣੇਗਾ ਜਾਂ ਇੰਜੀਨੀਅਰ ਬਣੇਗਾ। ਬਟ ਮੇਰੇ ਪੇਰੈਂਟਸ ਨੇ ਆਈ ਵੋਂਟ ਸੇ ਕਿ ਕਦੇ ਪੁਸ਼ ਕੀਤਾ, ਉਹ ਮੇਰਾ ਹੀ ਖੁਦ ਦਾ ਸੁਪਨਾ ਸੀ। ਜੇਕਰ ਮੈਂ ਉਹਨਾਂ ਨੂੰ ਕਹਿ ਦਿੰਦੀ ਕਿ ਮੈਂ ਇੰਜੀਨੀਅਰ ਬਣਨਾ ਹੈ ਜਾਂ ਟੀਚਰ ਬਣਨਾ ਹੈ ਤਾਂ ਸ਼ਾਇਦ ਉਹਨਾਂ ਨੇ ਮੈਨੂੰ ਉਹਦੇ ਲਈ ਵੀ ਹਮੇਸ਼ਾ ਇਨਸਪਾਇਰ ਹੀ ਕਰਨਾ ਸੀ, ਕਦੇ ਰੁਕਣਾ ਨਹੀਂ। ਸ਼ੁਰੂ ਤੋਂ ਹੀ ਬਹੁਤ ਕਲੀਅਰ ਸੀ ਆਪਣੇ ਏਮ ਨੂੰ ਲੈ ਕੇ ਲਾਈਫ 'ਚ। ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਹੈ ਕਿ ਬੱਚੇ ਦਾ ਇਹ ਕਲੀਅਰ ਹੋਣਾ ਕਿ ਉਹ ਬਣਨਾ ਕੀ ਚਾਹੁੰਦਾ ਹੈ, ਇਹ ਬਹੁਤ ਜ਼ਰੂਰੀ ਹੈ। ਮੈਂ ਹਮੇਸ਼ਾ ਆਪਣੇ ਸਬਜੈਕਟਸ ਨੂੰ ਲੈ ਕੇ ਆਪਣੇ ਟੀਚਰਸ ਨਾਲ ਉਹਨਾਂ ਨੂੰ ਡਿਸਕਸ ਕਰਨਾ ਹੁੰਦਾ ਸੀ। 10th ਤੱਕ ਹਰੇਕ ਦੀ ਪੜ੍ਹਾਈ ਕਾਮਨ ਹੁੰਦੀ ਹੈ। ਜਿਵੇਂ ਕਿ ਮੈਂ ਸ਼ੁਰੂ ਤੋਂ ਦੱਸਿਆ ਕਿ ਮੈਂ ਕਲੀਅਰ ਸੀ ਮੈਂ ਡਾਕਟਰ ਬਣਨਾ ਹੈ। +1 +2 ਵਿੱਚ ਮੈਂ ਮੈਡੀਕਲ ਸਟਰੀਮ ਜੁਆਇਨ ਕੀਤੀ, ਸਕੂਲ ਵੀ ਜੁਆਇਨ ਕੀਤਾ, ਪਲੱਸ ਪ੍ਰਾਈਵੇਟ ਟਿਊਸ਼ਨਸ ਵੀ ਲਈਆਂ। ਬਠਿੰਡਾ ਤੋਂ ਮੈਂ ਮੈਡੀਕਲ ਦੀ ਪੜ੍ਹਾਈ ਕੀਤੀ ਹੈ ਆਪਣੀ। ਇਹ ਤਾਂ ਹਰੇਕ ਨੂੰ ਹੀ ਪਤਾ ਹੈ ਕਿ ਡਾਕਟਰ ਬਣਨ ਲਈ ਬਹੁਤ ਪੜ੍ਹਨਾ ਪੈਂਦਾ ਹੈ। ਹਾਰਡ ਵਰਕ ਦੇ ਨਾਲ ਮੈਂ ਸਮਾਰਟ ਵਰਕ ਕੀਤਾ। ਜੋ ਵੀ ਮੈਂ ਉੱਥੇ ਸਕੂਲ 'ਚ ਜਾਂ ਟਿਊਸ਼ਨ ਤੇ ਸਮਝ ਕੇ ਆਉਂਦੀ ਸੀ ਉਸ ਨੂੰ ਚੰਗੀ ਤਰ੍ਹਾਂ ਸਮਝਣਾ, ਉਸ ਤੋਂ ਬਾਅਦ MCQs ਕਰਨੇ ਕਿ ਮੇਰੇ ਨਾਲ ਹੀ ਡਾਊਟਸ ਕਲੀਅਰ ਹੋ ਜਾਣ। ਨੈਕਸਟ ਡੇ ਜਾ ਕੇ ਆਪਣੇ ਪ੍ਰੋਫੈਸਰ ਨੂੰ ਪੁੱਛਣਾ ਤੇ ਉਹਨਾਂ ਨੂੰ ਆਪਣੇ ਸਾਈਡ ਤੇ ਇੱਕ ਅਲੱਗ ਨੋਟਬੁੱਕ ਦੇ ਵਿੱਚ ਨੋਟ ਕਰਕੇ ਰੱਖ ਲੈਂਦੀ ਸੀ। ਸਾਡੇ ਟਾਈਮ ਤੇ ਦੋ ਮੇਜਰ ਪੇਪਰ ਹੁੰਦੇ ਸੀ, ਇੱਕ ਆਲ ਇੰਡੀਆ ਤੇ ਇੱਕ ਪੰਜਾਬ PMT। ਆਲ ਇੰਡੀਆ ਵਿੱਚ ਵੀ ਮੇਰਾ ਰੈਂਕ ਠੀਕ ਸੀ, ਬਟ ਮੈਂ ਸ਼ੁਰੂ ਤੋਂ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੁੰਦੀ ਸੀ ਤਾਂ ਮੇਰਾ ਪੰਜਾਬ PMT ਕਲੀਅਰ ਹੋਇਆ ਤਾਂ ਮੈਂ ਪਟਿਆਲਾ ਆਪਟ ਕੀਤਾ। ਗੁਰਲੀਨ, ਜਿਸ ਦਿਨ ਮੇਰਾ ਪੰਜਾਬ PMT ਦਾ ਰਿਜ਼ਲਟ ਆਉਂਦਾ ਹੈ ਤਾਂ ਮੇਰਾ ਬ੍ਰਦਰ ਮਿਠਾਈ ਦਾ ਡੱਬਾ ਲੈ ਕੇ ਆਉਂਦਾ ਹੈ। ਉਹ ਮੈਨੂੰ ਆ ਕੇ ਦੱਸਦਾ ਨਹੀਂ ਤੇਰਾ ਇੰਨਾ ਰੈਂਕ ਆਇਆ। ਆਬਵੀਅਸਲੀ ਮੈਂ ਉਹ ਡੀਕ ਰਹੀ ਹੁੰਨੀ ਆਪਣੇ ਬ੍ਰਦਰ ਨੂੰ ਕਿ ਉਹ ਰਿਜ਼ਲਟ ਦੇਖਣ ਗਿਆ ਸੀ। ਉਸ ਟਾਈਮ ਮੋਬਾਈਲ ਇੰਨਾ ਕਾਮਨ ਨਹੀਂ ਸੀ, ਕੈਫੇ ਜਾਣਾ ਹੁੰਦਾ ਸੀ, ਉੱਥੇ ਜਾ ਕੇ ਰਿਜ਼ਲਟ ਦੇਖਣਾ ਹੁੰਦਾ ਸੀ। ਮੈਂ ਕੰਬਦੇ ਹੱਥਾਂ ਨਾਲ ਆਪਣੇ ਬ੍ਰਦਰ ਨੂੰ ਆਪਣਾ ਰੋਲ ਨੰਬਰ ਦਿੱਤਾ ਸੀ। ਉਹ ਜਦੋਂ ਦੇਖਿਆ ਕਿ ਉਹ ਮਿਠਾਈ ਦਾ ਡੱਬਾ ਲੈ ਕੇ ਆਇਆ, ਉਹ ਸ਼ਾਇਦ ਮੇਰਾ ਮੋਸਟ ਮੈਮੋਰੇਬਲ ਪਲ ਹੋਣਾ ਆਪਣੀ ਲਾਈਫ ਦਾ। ਤਾਂ ਮੈਂ ਸਮਝ ਗਈ ਸੀ ਕਿ ਮੇਰਾ ਰੈਂਕ ਤਾਂ ਅੱਛਾ ਆਇਆ, ਬਟ ਇੰਨਾ ਅੱਛਾ ਆਇਆ ਕਿ ਵਿਦਿਨ ਫਸਟ 50 ਮੈਂ ਇੱਕ ਰੈਂਕ ਅਚੀਵ ਕੀਤਾ। ਤੇ ਮੈਨੂੰ ਪਟਿਆਲਾ ਸ਼ਹਿਰ, ਜੋ ਕਿ ਮੈਂ ਹਮੇਸ਼ਾ ਹੀ ਆਪਟ ਕਰਨਾ ਚਾਹੁੰਦੀ ਸੀ, ਕਿਉਂਕਿ ਰਜਿੰਦਰਾ ਹਸਪੀਟਲ ਜੇ ਆਪਾਂ ਗਵਰਨਮੈਂਟ ਕਾਲਜਸ ਦੀ ਗੱਲ ਕਰੀਏ ਤਾਂ ਨੰਬਰ 1 ਤੇ ਆਉਂਦਾ ਹੈ। ਜਦੋਂ ਮੈਂ ਉਸਦੇ ਹੱਥ ਵਿੱਚ ਮਿਠਾਈ ਦਾ ਡੱਬਾ ਦੇਖਿਆ ਤਾਂ ਮੇਰੇ ਸਾਹਮਣੇ ਪਟਿਆਲਾ ਸ਼ਹਿਰ ਦਾ ਸੀਨ ਆ ਗਿਆ ਸੀ। ਜਦੋਂ ਮੈਂ ਪਟਿਆਲਾ ਸ਼ਹਿਰ ਪਹੁੰਚੀ, ਮਨ ਵਿੱਚ ਨਵੇਂ ਚਾਅ ਸੀ, ਨਵੇਂ ਸੁਪਨੇ ਸੀ ਕਿ ਐਕਸਾਈਟਿਡ ਵੀ ਸੀ, ਥੋੜਾ ਜਿਹੀ ਨਰਵਸ ਵੀ ਸੀ, ਕਿਉਂਕਿ ਆਪਣੇ ਘਰਦਿਆਂ ਨੂੰ ਛੱਡਣਾ, ਹੌਸਟਲ ਜਾਣਾ, ਮੇਰੀ ਲਾਈਫ ਬਿਲਕੁਲ ਚੇਂਜ ਹੋ ਗਈ ਸੀ। ਮੈਨੂੰ ਮੇਰਾ ਏਮ ਕਲੀਅਰ ਦਿਖ ਰਿਹਾ ਸੀ ਕਿ ਹਾਂਜੀ ਹੁਣ ਮੈਂ ਡਾਕਟਰ ਲਾਈਨ 'ਚ ਤਾਂ ਆ ਗਈ, ਬਟ ਮੈਂ ਇੱਕ ਵਧੀਆ ਡਾਕਟਰ ਬਣਨਾ ਹੈ। ਤਾਂ ਮੈਂ ਜਦੋਂ ਕਾਲਜ ਦੇ ਵਿੱਚ ਜਾਂਦੀ ਹਾਂ ਤਾਂ ਮੈਂ ਉੱਥੇ ਸਾਡੇ ਫਸਟ ਪ੍ਰੋਫ ਦੇ ਸਬਜੈਕਟ ਹੁੰਦੇ ਨੇ ਅਨੈਟਮੀ, ਬਾਇਓਕੈਮਿਸਟਰੀ ਐਂਡ ਫਿਜ਼ੀਓਲੋਜੀ। ਤਾਂ ਮੈਨੂੰ ਬੜਾ ਚਾਅ ਚੜ੍ਹਦਾ ਹੈ ਕਿ ਜਦੋਂ ਮੈਂ ਬੁੱਕਸ ਖਰੀਦਦੀ ਹੈ ਮੈਂ ਉਹਨਾਂ ਨੂੰ ਪੜ੍ਹਨਾ ਹੈ, ਕਿਉਂਕਿ ਉਹ ਮੇਰੇ ਡਾਕਟਰ ਬਣਨ ਦੇ ਸ਼ੁਰੂਆਤੀ ਸਟੈਪਸ ਸੀਗੇ। ਉਹ 3 ਸਬਜੈਕਟ ਮੈਂ ਕਦੇ ਨਹੀਂ ਭੁੱਲ ਸਕਦੀ, ਕਿਉਂਕਿ ਜਦੋਂ ਬੱਚਾ ਆਪਣਾ ਘਰ ਛੱਡ ਕੇ ਇੱਕ ਹੌਸਟਲ ਦੇ ਵਿੱਚ ਸ਼ਿਫਟ ਹੁੰਦਾ
ਹੈ ਗੁਰਲੀਨ, ਕੁਛ ਨਾ ਕੁਛ ਪ੍ਰੋਬਲਮਸ ਤਾਂ ਆਉਂਦੀਆਂ ਨੇ, ਮੈਨੂੰ ਵੀ ਆਈਆਂ। ਉਹ ਕਦੇ-ਕਦੇ ਮਨ ਨਾ ਲੱਗਣਾ, ਕਦੇ-ਕਦੇ ਹੌਸਟਲ ਦਾ ਖਾਣਾ ਵੀ ਚੰਗਾ ਨਾ ਲੱਗਣਾ, ਕਦੇ ਮੰਮਾ ਦੀ ਯਾਦ ਵੀ ਆਉਂਦੀ ਹੁੰਦੀ ਸੀ। ਜਦੋਂ ਯਾਦ ਆਉਂਦੀ ਸੀ ਤਾਂ ਮੰਮਾ ਨੂੰ ਕਾਲ ਕਰ ਲੈਣੀ। ਹੌਸਟਲ ਦਾ ਖਾਣਾ ਵੀ ਹੌਲੀ-ਹੌਲੀ ਚੰਗਾ ਲੱਗਣ ਲੱਗ ਗਿਆ, ਹੌਲੀ-ਹੌਲੀ ਮਨ ਵੀ ਲੱਗਣ ਲੱਗ ਗਿਆ। ਨਵੇਂ ਫਰੈਂਡਸ ਬਣੇ, ਉੱਥੇ ਪੜ੍ਹਾਈ ਕਰਨੀ, ਕਦੇ ਫਰੈਂਡਸ ਕੋਲ ਬੈਠ ਕੇ ਗੱਲਾਂ ਕਰਨੀਆਂ। ਆਪਣੇ ਪੇਰੈਂਟਸ ਤੋਂ ਦੂਰ ਜਦੋਂ ਤੁਸੀਂ ਇੱਕ ਨਿਊ এনवायरमेंट 'ਚ ਜਾਂਦੇ ਹੋ ਜਿੱਥੇ ਤੁਹਾਨੂੰ ਕੋਈ ਨਹੀਂ ਜਾਣਦਾ ਤੇ ਹੌਲੀ-ਹੌਲੀ ਤੁਸੀਂ ਉੱਤੇ ਵਿੱਚ ਅਡੈਪਟ ਹੁੰਦੇ ਹੋ, ਉਹ ਪ੍ਰੋਸੈਸ 'ਚ ਵੀ ਇੱਕ ਆਪਣਾ ਹੀ ਮਜ਼ਾ ਹੈ। ਔਖਾ ਜ਼ਰੂਰ ਹੈ ਬਟ ਹੁਣ ਮੇਰੇ ਕੋਲ ਸਿਰਫ ਉਹਦੀਆਂ ਚੰਗੀਆਂ ਯਾਦਾਂ ਹੀ ਹਨ। ਰਵਨੀਤ, ਜਿਵੇਂ ਤੁਸੀਂ ਦੱਸਿਆ ਕਿ ਘਰ ਤੋਂ ਦੂਰ ਜਾਣਾ, ਨਵੇਂ ਦੋਸਤਾਂ ਦਾ ਮਿਲਣਾ, ਬਹੁਤ ਚੰਗੇ ਐਕਸਪੀਰੀਅੰਸ ਹੁੰਦੇ ਆ। ਬੇਸ਼ੱਕ ਕੁਝ ਖੱਟੇ ਤੇ ਕੁਝ ਮਿੱਠੇ ਹੁੰਦੇ ਆ ਤੇ ਹਮੇਸ਼ਾ ਜਿਹੜੀਆਂ ਚੰਗੀਆਂ ਯਾਦਾਂ ਨੇ ਉਹ ਸਾਡੀਆਂ ਸਾਡੇ ਨਾਲ ਰਹਿ ਜਾਂਦੀਆਂ ਨੇ। ਇਸ ਤੋਂ ਇਲਾਵਾ ਜਿੰਨਾ ਟਾਈਮ ਤੁਸੀਂ ਉੱਥੇ ਡਿਗਰੀ ਕੀਤੀ, ਕਿ ਉਸ ਸਮੇਂ ਦੇ ਦੌਰਾਨ ਕੋਈ ਮੁਸ਼ਕਿਲਾਂ ਵੀ ਤੁਹਾਨੂੰ ਪੇਸ਼ ਆਈਆਂ? ਕਿਉਂਕਿ ਨਵੇਂ ਸਬਜੈਕਟ, ਕੁਝ ਪ੍ਰੈਕਟੀਕਲ ਕਰਨਾ, ਹਰ ਕਿਸੇ ਇੱਕ ਨਵੇਂ ਬੰਦੇ ਨੂੰ ਡੀਲ ਕਰਨਾ, ਕੀ ਤੁਹਾਨੂੰ ਕਿੰਨੇ ਡਿਫਰੈਂਸਸ ਲੱਗੇ ਆਪਣੀ ਪੜ੍ਹਾਈ ਦੇ ਨਾਲੋਂ ਬਦਲ ਕੇ ਪ੍ਰੈਕਟੀਕਲ ਲਾਈਫ ਦੇ ਨਾਲ? ਗੁਰਲੀਨ, ਮੈਂ ਆਪਣੇ ਪਰਿਵਾਰ ਦੇ ਵਿੱਚ ਫਰਸਟ ਡਾਕਟਰ ਹਾਂ ਤਾਂ ਮੈਨੂੰ ਕੋਈ ਐਕਸਪੀਰੀਅੰਸ ਨਹੀਂ ਸੀ ਕਿ ਉੱਥੇ ਜਾ ਕੇ ਮੈਨੂੰ ਕਿਸ ਤਰ੍ਹਾਂ ਦਾ ਮਾਹੌਲ ਮਿਲੇਗਾ। ਮੈਂ ਇੱਥੋਂ ਇੱਕ +2 ਕਰਨ ਤੋਂ ਬਾਅਦ ਇੱਕ ਛੋਟਾ ਬੱਚਾ ਹੀ ਹੁੰਦਾ ਹੈ ਮੇਰੇ ਹਿਸਾਬ ਨਾਲ। ਜਦੋਂ ਮੈਂ ਉੱਥੇ ਗਈ, ਅਨੈਟਮੀ ਫਰਸਟ ਪ੍ਰੋਫ ਦਾ ਸਬਜੈਕਟ ਹੁੰਦਾ, ਇੱਕ ਮੇਜਰ ਸਬਜੈਕਟ ਹੈ। ਮੈਨੂੰ ਉਹ ਦਿਨ ਯਾਦ ਹੈ ਕਿ ਜਦੋਂ ਮੈਂ ਫਰਸਟ ਡੇ ਡੀ ਹਾਲ 'ਚ ਗਈ, ਡੀ ਹਾਲ ਮਤਲਬ ਡਾਇਸੈਕਸ਼ਨ ਹਾਲ ਦੇ ਵਿੱਚ ਗਈ ਜਿੱਥੇ ਡੈਡ ਬੋਡੀ ਕਾਪਸ ਪਏ ਹੁੰਦੇ ਨੇ, ਕਾਫੀ ਜ਼ਿਆਦਾ ਹੁੰਦੇ ਨੇ। ਤਾਂ ਉੱਥੇ ਜਾ ਕੇ ਅਸੀਂ ਇੱਕਦਮ ਡਰ ਗਏ ਕਿ ਇੰਨੀ ਡੈਡ ਬੋਡੀਜ਼ ਪਈਆਂ ਨੇ ਤੇ ਅਸੀਂ ਇਹਨਾਂ ਦੇ ਕੋਲ ਬੈਠਣਾ ਹੈ। ਸਾਡੇ ਕਾਫੀ ਗਰੁੱਪਸ ਬਣਾਏ ਜਾਂਦੇ ਸੀਗੇ, ਜਿਵੇਂ 150 ਦੀ ਕਲਾਸ ਹੁੰਦੀ ਸੀਗੀ ਤਾਂ 10 ਸਟੂਡੈਂਟਸ ਦਾ ਇੱਕ ਗਰੁੱਪ ਹੁੰਦਾ ਸੀ ਜਿਨ੍ਹਾਂ ਨੂੰ ਇੱਕ ਡੈਡ ਬੋਡੀ ਅਲਾਟ ਹੁੰਦੀ ਸੀ। ਤੁਸੀਂ ਮੇਰੇ ਖਿਆਲ 'ਚ ਕਿਸੇ ਵੀ ਡਾਕਟਰ ਨੂੰ ਪੁੱਛੋਗੇ ਤਾਂ ਉਹਦਾ ਡ੍ਰੈਡਫੁਲ ਕਹਿ ਲਓ ਜਾਂ ਥੋੜਾ ਜਿਹਾ ਜਿਸ ਨੂੰ ਸੋਚ ਕੇ ਡਾਕਟਰ ਕੋਈ ਵੀ ਡਰਦਾ ਹੈ ਤਾਂ ਉਹਦਾ ਫਰਸਟ ਐਕਸਪੀਰੀਅੰਸ ਇਹੀ ਹੁੰਦਾ ਹੈ ਜਦੋਂ ਤੁਹਾਨੂੰ ਡੈਡ ਬੋਡੀ ਦੇ ਕੋਲ ਬਿਠਾ ਦਿੱਤਾ ਜਾਂਦਾ ਹੈ। ਤੁਸੀਂ ਘਰਦਿਆਂ ਤੋਂ ਦੂਰ ਹੁੰਦੇ ਹੋ, ਸ਼ਹਿਰ ਚੇਂਜ ਹੋ ਜਾਂਦਾ ਹੈ, ਤੁਸੀਂ ਉੱਥੇ ਜਦੋਂ ਪਹੁੰਚਦੇ ਹੋ ਤੇ ਡੈਡ ਬੋਡੀ ਦਿਖਾ ਦਿੱਤੀ ਜਾਂਦੀ ਹੈ। ਤੇ ਪਹਿਲਾਂ ਤਾਂ ਮੈਂ ਵੀ ਡਰੀ ਬਟ ਹੌਲੀ-ਹੌਲੀ ਸਾਨੂੰ ਆਦਤ ਪੈ ਗਈ। ਅਸੀਂ ਉਹਨਾਂ ਡੈਡ ਬੋਡੀਜ਼ ਨੂੰ ਡਾਇਸੈਕਟ ਕਰਨਾ, ਕੋਈ ਆਰਗਨ ਦੇਖਣਾ, ਆਰਗਨ ਦੀ ਐਨਾਟਮੀ ਸਮਝਣੀ, ਉਹਦੀ ਨਰਵ ਸਪਲਾਈ ਸਮਝਣੀ, ਮਸਲ ਦੇਖਣੇ, ਫਿਰ ਸਾਨੂੰ ਹੌਲੀ-ਹੌਲੀ ਆਦਤ ਪੈ ਗਈ। ਸ਼ਾਇਦ ਡਾਕਟਰ ਨੂੰ ਸ਼ੁਰੂ ਤੋਂ ਹੀ ਫਰਸਟ ਪ੍ਰੋਫ ਤੇ ਇਸ ਤਰ੍ਹਾਂ ਪ੍ਰਿਪੇਅਰ ਕਰ ਦਿੱਤਾ ਜਾਂਦਾ ਕਿ ਉਹਨੇ ਨਾ ਤਾਂ ਕਿਸੇ ਟਰਾਮਾ ਨੂੰ ਦੇਖ ਕੇ, ਨਾ ਕੋਈ ਡੈਡ ਬੋਡੀ ਨੂੰ ਦੇਖ ਕੇ ਜਾਂ ਇਵਨ ਬਲੱਡ ਨੂੰ ਦੇਖ ਕੇ, ਜਿਹਨੂੰ ਇੱਕ ਆਮ ਇਨਸਾਨ ਵੀ ਡਰ ਜਾਂਦਾ ਥੋੜਾ ਜਿਹਾ ਬਲੱਡ ਦੇਖ ਕੇ। ਤੇ ਸਾਨੂੰ ਸ਼ਾਇਦ ਪ੍ਰਿਪੇਅਰ ਹੀ ਇਸ ਤਰ੍ਹਾਂ ਕਰ ਦਿੱਤਾ ਜਾਂਦਾ ਕਿ ਅਸੀਂ ਕੋਈ ਵੀ ਮੁਸੀਬਤ ਦੇ ਵਿੱਚ ਆਉਂਦਾ ਤਾਂ ਅਸੀਂ ਉਹਦੀ ਹੈਲਪ ਕਰਨੀ ਹੈ, ਨਾ ਕਿ ਅਸੀਂ ਘਬਰਾਉਣਾ। ਬਿਲਕੁਲ ਸਹੀ ਕਿਹਾ ਕਿ ਡਾਕਟਰਸ ਨੂੰ ਇਹ ਵੀ ਮੰਨਿਆ ਜਾਂਦਾ ਹੈ ਕਿ ਦੂਸਰਾ ਰੱਬ ਹੁੰਦੇ ਨੇ। ਤੁਸੀਂ ਚੰਗਾ ਐਕਸਪੀਰੀਅੰਸ ਹੈ ਉਹ ਆਪਣੇ ਕਾਲਜ ਤੋਂ ਲਿਆ। ਰਵਨੀਤ, ਇਸ ਦੇ ਨਾਲ ਹੀ ਤੁਸੀਂ ਇਹ ਵੀ ਦੱਸਿਆ ਕਿ ਕਿਤੇ ਨਾ ਕਿਤੇ ਜਿਹੜੇ ਡਾਕਟਰਸ ਨੇ ਉਹਨਾਂ ਨੇ ਮੁਸ਼ਕਿਲ ਘੜੀ ਦੇ ਵਿੱਚ ਲੋਕਾਂ ਨੂੰ ਬਚਾਉਣਾ ਹੁੰਦਾ ਹੈ। ਤਾਂ ਕੀ ਤੁਸੀਂ ਇਸ ਚੀਜ਼ ਦੇ ਲਈ ਪ੍ਰਪੇਅਰ ਸੀ ਜਾਂ ਕਿੰਨੀ ਕੁ ਜਿਹੜੀ ਤੁਹਾਨੂੰ ਮਿਹਨਤ ਹੈ ਉਹ ਆਪਣੀ ਜੌਬ ਨੂੰ ਪਾਉਣ ਦੇ ਲਈ ਕਰਨੀ ਪਈ? ਗੁਰਲੀਨ, ਦੇਖੋ, ਸਟਾਰਟਿੰਗ ਦੇ ਵਿੱਚ ਜਦੋਂ ਅਸੀਂ ਉੱਥੇ MBBS ਦੀ ਪੜ੍ਹਾਈ ਕਰਨ ਜਾਂਦੇ ਹਾਂ ਸਾਨੂੰ ਪਹਿਲਾਂ ਐਕੈਡੈਮਿਕਸ ਕਲੀਅਰ ਕੀਤੇ ਜਾਂਦੇ ਨੇ, ਫਸਟ, ਸੈਕਿੰਡ, ਥਰਡ ਪ੍ਰੋਫ। ਓਲਡ ਫਾਈਨਲ ਜਿਹੜਾ ਸਾਡਾ 4th ਪ੍ਰੋਫ ਹੈ ਉਹਦੇ ਵਿੱਚ ਸਾਨੂੰ ਕਲੀਨਿਕਲ ਸਕਿੱਲਸ ਸਿਖਾਏ ਜਾਂਦੇ ਨੇ। ਇੰਟਰਨਸ਼ਿਪ ਦੇ ਵਿੱਚ ਅਸੀਂ ਉਹਨਾਂ ਨੂੰ ਪ੍ਰੈਕਟੀਕਲੀ ਅਪਲਾਈ ਕਰਨਾ ਹੁੰਦਾ ਆਪਣੇ ਸੀਨੀਅਰਸ ਦੀ ਗਾਈਡੈਂਸ ਦੇ ਅੰਡਰ। ਇੰਟਰਨਸ਼ਿਪ ਦੀ ਪੜ੍ਹਾਈ ਕੰਪਲੀਟ ਕਰਨ ਤੋਂ ਬਾਅਦ ਮੈਂ PCMS ਦਾ ਪੇਪਰ ਦਿੱਤਾ, ਕਲੀਅਰ ਹੋਇਆ, ਮੈਂ ਗਵਰਨਮੈਂਟ ਜੌਬ ਦੇ ਵਿੱਚ ਆਈ ਤੇ ਐਜ਼ ਅ ਮੈਡੀਕਲ ਸਪੈਸ਼ਲਿਸਟ CHC ਬਾਜਾਖਾਨਾ ਵਿਖੇ ਨਿਯੁਕਤ ਹੋਈ, ਜਿੱਥੇ ਕਿ ਮੈਂ ਖੁਦ ਹੀ ਸੀਨੀਅਰ ਸੀ, ਖੁਦ ਹੀ ਕੰਸਲਟੈਂਟ ਸੀ। ਮੈਂ ਕਿਸੇ ਦੀ ਗਾਈਡੈਂਸ ਤੋਂ ਬਿਨਾਂ ਮੈਂ ਆਪਣੇ ਪੇਸ਼ੈਂਟ ਨੂੰ ਟਰੀਟ ਕਰਨਾ ਸੀ। ਬਟ ਇੱਕ ਤਰ੍ਹਾਂ ਨਾਲ ਮੈਂ ਉੱਥੇ ਨੇ ਵੀ ਗਈ ਸੀ, ਮੈਨੂੰ ਇੰਨਾ ਪ੍ਰੈਕਟੀਕਲ ਐਕਸਪੀਰੀਅੰਸ ਨਹੀਂ ਸੀਗਾ ਬਟ ਥੈਂਕਫੁਲ ਟੂ ਮਾਈ ਸੀਨੀਅਰਸ, ਮਾਈ ਕਲੀਗਸ, ਈਵਨ ਮੇਰਾ ਸਟਾਫ ਉੱਥੇ ਕਲਾਸ 4 ਵਿੱਚ ਜਿਨ੍ਹਾਂ ਨੇ ਮੈਨੂੰ ਬਰੀਕੀ ਵਾਲੀਆਂ ਗੱਲਾਂ, ਛੋਟੀਆਂ-ਛੋਟੀਆਂ ਗੱਲਾਂ ਸਿਖਾਈਆਂ ਕਿ ਤੁਸੀਂ ਆਪਣੇ ਪੇਸ਼ੈਂਟ ਨੂੰ ਕਿਵੇਂ ਵਧੀਆ ਕੇਅਰ ਦੇ ਸਕਦੇ ਹੋ। ਜਿਵੇਂ ਕਿ ਡਾਕਟਰ ਰਵਨੀਤ ਤੁਸੀਂ ਦੱਸਿਆ ਕਿ ਹਰ ਇਨਸਾਨ ਨੇ ਤੁਹਾਡੀ ਮਦਦ ਕੀਤੀ। ਬੇਸ਼ੱਕ ਇੱਕ ਚੰਗਾ ਸਟਾਫ ਇੱਥੋਂ ਹੀ ਇੱਕ ਉਦਾਹਰਨ ਬਣਦਾ ਜਦੋਂ ਹਰ ਇਨਸਾਨ ਤੁਹਾਡੇ ਨਾਲ ਚੱਲਦਾ ਤੇ ਤੁਹਾਨੂੰ ਕੁਝ ਨਾ ਕੁਝ ਚੰਗਾ ਜਿਹੜਾ ਉਹ ਜ਼ਰੂਰ ਸਿਖਾਉਂਦਾ ਹੈ। ਤੁਸੀਂ ਇੱਕ ਗਵਰਨਮੈਂਟ ਡਾਕਟਰ ਦੇ ਰੂਪ ਦੇ ਵਿੱਚ ਕੰਮ ਕੀਤਾ, ਉਸ ਤੋਂ ਬਾਅਦ ਅੱਜ ਤੁਸੀਂ MD ਦੀ ਪੜ੍ਹਾਈ ਹੈ ਜਿਹੜੀ ਉਹ ਪਟਿਆਲਾ ਤੋਂ ਹੀ ਵਾਪਸ ਕਰ ਰਹੇ ਹੋ। ਵਾਪਸ ਪਟਿਆਲਾ ਆਉਣਾ ਵੀ ਕੀ ਉਸੇ ਹੀ ਖਾਬ ਦਾ ਇੱਕ ਪਾਰਟ ਰਿਹਾ ਜਿਸ ਦੇ ਦੌਰਾਨ ਤੁਸੀਂ ਇਹ ਸੋਚਿਆ ਸੀ ਕਿ ਤੁਸੀਂ ਡਾਕਟਰ ਬਣਨਾ ਹੈ ਤੇ ਸ਼ਹਿਰ ਪਟਿਆਲਾ ਪਹਿਲੀ ਵਾਰ ਚੁਣਿਆ?
ਬਿਲਕੁਲ ਗੁਰਲੀਨ, ਮੈਂ ਜਦੋਂ MBBS ਕਰਦੀ ਹੁੰਦੀ ਸੀ ਤਾਂ ਮੈਂ ਇਹੀ ਸੋਚਦੀ ਹੁੰਦੀ ਸੀ ਕਿ ਮੈਂ MD ਦੀ ਪੜ੍ਹਾਈ ਵੀ ਇੱਥੋਂ ਹੀ ਕਰਨੀ ਹੈ। ਮੇਰਾ ਇੱਕ ਖੁਆਬ ਸੀ, ਜਾਂ ਕਹਿ ਲਓ ਕਿ ਮੈਨੂੰ ਆਪਣੇ ਕਾਲਜ ਦੇ ਨਾਲ ਇੱਕ ਅਟੈਚਮੈਂਟ ਸੀ। ਮੈਨੂੰ ਉੱਥੋਂ ਦੇ ਵਾਰਡਸ ਦੀ, ਉੱਥੋਂ ਦੇ ਏਰੀਆ ਦੀ ਮੈਨੂੰ ਉਹਦੀ ਸਮਝ ਸੀ, ਤੇ ਅਟੈਚਮੈਂਟ ਆਈ ਗੈਸ ਮੇਰਾ ਇੱਕ ਮੇਜਰ ਫੈਕਟਰ ਰਿਹਾ ਕਿ ਮੈਂ ਉੱਥੇ ਹੀ ਪੜ੍ਹਾਈ ਕਰਨਾ ਚਾਹੁੰਦੀ ਸੀਗੀ। ਤੁਹਾਡੀ ਲਾਈਨ ਦੀ ਜੇਕਰ ਗੱਲ ਕਰ ਲਈਏ, ਤੁਸੀਂ ਇੱਕ ਮੈਡੀਕਲ ਲਾਈਨ ਦੇ ਸਟੂਡੈਂਟ ਹੋ। ਹਰ ਦਿਨ ਹਰ ਨਵੇਂ ਇਨਸਾਨ ਨੂੰ ਤੁਸੀਂ ਮਿਲਦੇ ਹੋ ਤੇ ਉਹਨਾਂ ਦੀਆਂ ਮੁਸ਼ਕਲਾਂ ਦੇ ਜਿਹੜੇ ਹੱਲ ਹੈ ਉਹ ਲੱਭਦੇ ਹੋ। ਤਾਂ ਸਕਿਨ ਨੂੰ ਚੂਜ਼ ਕਰਨਾ, ਜਾਣੀ ਕਿ ਇੱਕ MD ਸਕਿਨ ਚੂਜ਼ ਕਰਨ ਦਾ ਕੀ ਮੁੱਖ ਕਾਰਨ ਹੈ ਔਰ ਕਿਉਂ ਤੁਸੀਂ ਇਸ ਵਿਸ਼ੇ ਨੂੰ ਚੁਣਿਆ? ਗੁਰਲੀਨ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਮੈਂ ਐਜ਼ ਅ ਮੈਡੀਕਲ ਆਫਿਸਰ CHC ਬਾਜਾਖਾਨਾ ਵਿਖੇ ਨਿਯੁਕਤ ਸੀ। ਉੱਥੇ ਜਿੱਥੇ ਮੈਂ ਤਰ੍ਹਾਂ ਦੇ ਪੇਸ਼ੈਂਟ ਦੇਖਦੀ ਸੀ, ਗਾਇਨੀ ਦੇ ਪੇਸ਼ੈਂਟ ਵੀ ਦੇਖਣੇ, ਖੰਘ ਬੁਖਾਰ ਜ਼ੁਕਾਮ ਵਾਲੇ ਵੀ ਦੇਖਣੇ, ਸਰਜੀਕਲ ਟਰਾਮਾ ਵੀ ਦੇਖਣਾ। ਬਟ ਉੱਥੇ ਇੱਕ ਚੀਜ਼ ਮੈਂ ਰਿਅਲਾਈਜ਼ ਕੀਤੀ ਕਿ ਸਕਿਨ ਦਾ ਡਾਕਟਰ ਸਾਨੂੰ ਆਪਦੇ ਵਿਦਿਨ 50 ਕਿਲੋਮੀਟਰ ਦੀ ਰੇਡੀਅਸ 'ਚ ਨਹੀਂ ਸੀ ਮਿਲਦਾ। ਤਾਂ ਕਈ ਵਾਰ ਸਕਿਨ ਮੈਨੂੰ ਸਮਝ ਵੀ ਨਹੀਂ ਸੀ ਆਉਂਦੀ। ਮੈਂ MBBS ਟਾਈਮ ਵੀ ਸੋਚਦੀ ਹੁੰਦੀ ਸੀ, ਜਦੋਂ ਮੇਰੀ ਇੱਕ ਵਾਰ ਕਲੀਨਿਕਲ ਪੋਸਟਿੰਗ ਲੱਗੀ, ਕਿ ਮੈਂ ਸਕਿਨ ਸਬਜੈਕਟ ਹੀ ਚੂਜ਼ ਕਰਨਾ। ਉਹ ਮੇਰੇ ਅੰਦਰ ਹੀ ਸੀ ਤੇ ਮੈਂ ਲੋਕਾਂ ਦੀ ਲੋੜ ਨੂੰ ਸਮਝਦੇ ਹੋਏ ਮੈਂ ਇਹ ਸਬਜੈਕਟ ਚੂਜ਼ ਕੀਤਾ ਕਿ ਮੈਂ ਇੱਕ ਵਧੀਆ MD ਡਰਮੇਟੋਲੋਜਿਸਟ ਬਣਨਾ। ਰਵਨੀਤ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਲੋਕਾਂ ਦੀ ਲੋੜ ਨੂੰ ਸਮਝਦੇ ਹੋਏ ਇਸ ਵਿਸ਼ੇ ਨੂੰ ਚੁਣਿਆ, ਕਿੰਨੇ ਕੁ ਪੇਸ਼ੈਂਟ ਤੁਹਾਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਉੱਤੇ ਸਕਿਨ ਪ੍ਰੋਬਲਮਸ ਨੂੰ ਲੈ ਕੇ ਹਸਪੀਟਲਸ ਦੇ ਵਿੱਚ ਆ ਰਹੇ ਨੇ, ਜਾਂ ਕਿਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਉਹ ਲੋਕਾਂ ਨੂੰ ਸਕਿਨ ਦੇ ਰਿਗਾਰਡਿੰਗ ਆ ਰਹੀਆਂ, ਜਾਂ ਕਿਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਚਮੜੀ ਰੋਗਾਂ ਦੀਆਂ ਕਹਿ ਲਈਏ, ਜਿਹੜੀਆਂ ਲੋਕ ਸ਼ਾਇਦ ਡਾਕਟਰਸ ਦੇ ਨਾਲ ਸਾਂਝੀਆਂ ਕਰਨ ਤੋਂ ਵੀ ਕਤਰਾਉਂਦੇ ਨੇ? ਗੁਰਲੀਨ, ਸਕਿਨ ਬਾਡੀ ਦਾ ਲਾਰਜੈਸਟ ਆਰਗਨ ਹੈ, ਤਾਂ ਇਹਦੇ ਨਾਲ ਰਿਲੇਟਡ ਡਿਸਆਰਡਰਸ ਵੀ ਉਸ ਤਰ੍ਹਾਂ ਨਾਲ ਬਹੁਤ ਗਿਣਤੀ ਨੇ। ਪੁਰਾਣੇ ਜ਼ਮਾਨੇ ਦੇ ਵਿੱਚ ਸਕਿਨ ਨੂੰ ਜ਼ਿਆਦਾ ਲੋਕ ਸੀਰੀਅਸਲੀ ਨਹੀਂ ਸੀ ਲੈਂਦੇ। ਇਸ ਚੀਜ਼ ਨਾਲ ਤੁਸੀਂ ਵੀ ਮੇਰੇ ਨਾਲ ਐਗਰੀ ਕਰੋਗੇ। ਬੱਚਿਆਂ ਦੇ ਐਕਨੇ ਹੋਣੇ, ਪੇਰੈਂਟਸ ਵੀ ਕੋਈ ਖਾਸ ਧਿਆਨ ਨਹੀਂ ਸੀ ਦਿੰਦੇ। ਬਟ ਹੁਣ ਦੇ ਹਿਸਾਬ ਨਾਲ, ਹੁਣ ਜੇ ਮੈਂ ਗੱਲ ਕਰਾਂ, ਪੇਰੈਂਟਸ, ਪੇਸ਼ੈਂਟਸ ਸਾਰੇ ਬਹੁਤ ਕੌਨਸ਼ੀਅਸ ਨੇ ਆਪਣੀ ਸਕਿਨ ਨੂੰ ਲੈ ਕੇ। ਸਕਿਨ ਸਿਰਫ ਕਾਸਮੈਟੋਲੋਜੀ ਦਾ ਪਾਰਟ ਨਹੀਂ ਹੈ। ਇਹਦੇ 'ਚ ਪਹਿਲਾਂ ਸੀ ਮੇਜਰ ਡਿਸਆਰਡਰਸ ਲਾਈਕ ਸੋਰਾਇਸਿਸ ਹੋ ਗਿਆ, ਪੈਂਫੀਗਸ ਹੋ ਗਿਆ, ਜਾਂ ਕੋਈ ਡਰਗ ਰਿਐਕਸ਼ਨਸ ਆ ਗਈਆਂ, ਉਹਨਾਂ ਦੇ ਪੇਸ਼ੈਂਟਸ ਨੂੰ ਅਸੀਂ ਟਰੀਟ ਕਰਦੇ ਹਾਂ। ਕਾਸਮੈਟੋਲੋਜੀ ਅੱਜ ਕੱਲ੍ਹ ਇਮਰਜਿੰਗ ਬ੍ਰਾਂਚ ਹੈ ਸਕਿਨ ਦੀ। ਅੱਗੇ ਆਪਾਂ ਜਿਵੇਂ ਛੋਟੀ ਜਿਹੀ ਐਗਜ਼ਾਮਪਲ ਮੈਂ ਆਪਣੇ ਸਰੋਤਿਆਂ ਨੂੰ ਸਮਝਾਉਣ ਲਈ ਦੇਵਾਂ ਕਿ ਜਿਵੇਂ ਆਪਾਂ ਐਕਨੇ ਲਈ ਪਹਿਲਾਂ ਆਪਣੇ ਮਾਈਂਡ ਦੇ ਵਿੱਚ ਸਿਰਫ ਮੈਡੀਕਲ ਮੈਨੇਜਮੈਂਟ ਸੀ। ਹੁਣ ਆਪਣੇ ਕੋਲ ਵੇਰੀਅਸ ਕਾਸਮੈਟੋਲੋਜੀਕਲ ਪ੍ਰੋਸੀਜਰਸ ਲਾਈਕ ਡਰਮਾ ਰੋਲਿੰਗ, PRP, ਮਾਈਕਰੋਡਰਮਾ ਅਬਰੇਸ਼ਨ। ਜੀ ਰਵਨੀਤ, ਇਸ ਦੇ ਨਾਲ ਹੀ ਜੇਕਰ ਜਾਂਦੇ ਤੁਹਾਡੇ ਤੋਂ ਜਾਣਨਾ ਚਾਹੀਏ ਕਿ ਯੁਵਾ ਸਰੋਤਿਆਂ ਨੂੰ ਇਸ ਜ਼ਿੰਦਗੀ ਦੇ ਵਿੱਚ ਇੱਕ ਆਮ ਘਰ ਦੀ ਕੁੜੀ ਤੋਂ ਇੱਕ MD ਡਾਕਟਰ ਬਣਨ ਤੱਕ ਦੇ ਸਫ਼ਰ ਤੋਂ ਕੀ ਸਿੱਖਿਆ ਜਿਹੜੀ ਉਹ ਦੇਣਾ ਚਾਹੋਗੇ? ਗੁਰਲੀਨ, ਮੈਂ ਪਹਿਲਾਂ ਵੀ ਦੱਸਿਆ ਸੀ ਮੈਂ ਫਰਸਟ ਡਾਕਟਰ ਹਾਂ ਆਪਣੀ ਫੈਮਿਲੀ ਦੇ ਵਿੱਚ, ਜਿਸ ਨੂੰ ਲੈ ਕੇ ਮੈਂ ਤਾਂ ਐਕਸਾਈਟਿਡ ਹਾਂ ਤਾਂ ਮੇਰੇ ਪੇਰੈਂਟਸ ਵੀ ਬਹੁਤ ਐਕਸਾਈਟਿਡ ਨੇ। ਮੇਰੀ ਫੈਮਿਲੀ ਨੇ ਮੇਰਾ ਬਹੁਤ ਸਪੋਰਟ ਦਿੱਤਾ। ਡਾਕਟਰ ਬਣਨ ਲਈ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਇਹ ਸ਼ਾਇਦ ਮੈਂ ਕਰਦੀ ਰਵਾਂਗੀ। ਮੈਂ ਯੁਵਾ ਸਰੋਤਿਆਂ ਨੂੰ ਇਹੀ ਸੁਝਾਅ ਦੇਣਾ ਚਾਹੂੰਗੀ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਆਪਣੇ ਏਮ ਨੂੰ ਕਲੀਅਰ ਕਰੋ। ਜ਼ਰੂਰੀ ਨਹੀਂ ਕਿ ਡਾਕਟਰ ਇੰਜੀਨੀਅਰ ਹੀ ਬਣਨਾ ਹੈ, ਹੋਰ ਬਹੁਤ ਸਕੋਪ ਨੇ। ਤੁਸੀਂ ਮਿਹਨਤ ਕਰੋ, ਆਪਦੇ ਇਰਾਦਿਆਂ ਵੱਲ ਵਧੋ, ਆਪਦੇ ਆਪ ਨੂੰ ਪ੍ਰਗਤੀਸ਼ੀਲ ਬਣਾਓ। ਸਪੈਸ਼ਲੀ ਮੇਰੀਆਂ ਯੁਵਾ ਭੈਣਾਵਾਂ ਨੂੰ ਕਿ ਅੱਜ ਕੱਲ੍ਹ ਦੀ ਲਾਈਫ ਦੇ ਵਿੱਚ ਸੈਲਫ ਰਿਲਾਇੰਟ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਖੁਦ ਪੈਸੇ ਕਮਾਉਂਦੇ ਹੋ, ਖੁਦ ਖਰਚਦੇ ਹੋ, ਉਹਦਾ ਇੱਕ ਵੱਖਰਾ ਹੀ ਸਵਾਦ। ਬਹੁਤ ਧੰਨਵਾਦ ਰਵਨੀਤ। ਇਸ ਦੇ ਨਾਲ ਹੀ ਉਮੀਦ ਕਰਦੇ ਹਾਂ ਕਿ ਸਾਡੇ ਯੁਵਾ ਸਾਥੀ ਤੁਹਾਡੀਆਂ ਗੱਲਾਂ ਤੋਂ ਜ਼ਰੂਰ ਪ੍ਰੇਰਨਾ ਲੈਣਗੇ। ਤੁਹਾਡਾ ਅੱਜ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਤੇ ਬਹੁਤ ਧੰਨਵਾਦ ਗੁਰਲੀਨ। I am also thankful to Akashwani Radio Bathinda, Director Rajiv Arora and Program in Charge Mandeep Rajora for inviting me to this platform and share my views with you all. ਜੀ, ਤੇ ਇਸ ਦੇ ਨਾਲ ਹੀ ਯੁਵਾ ਸਰੋਤਿਓ, ਮੈਨੂੰ ਗੁਰਲੀਨ ਸਿੱਧੂ ਨੂੰ ਅੱਜ ਦਾ ਪ੍ਰੋਗਰਾਮ ਯੁਵਾਣੀ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ, ਸਤਿ ਸ਼੍ਰੀ ਅਕਾਲ।